Hello students, I am Supinder Kaur, Assistant Professor, Department of Economics, GGDSD College ਹਰਿਆਣਾ ਹੁਸ਼ਿਆਰਪੁਰ। ਅੱਜ ਮੈਂ ਤੁਹਾਨੂੰ ਕਰਵਾਉਣ ਜਾ ਰਹੀ ਹਾਂ ਮੋਡ, ਮੀਨ ਮੀਡੀਅਨ ਮੋਡ। ਤਿੰਨ ਆਪਾਂ ਦੇਖਿਆ ਸੀਗਾ ਸਾਡੇ ਜਿਹੜੇ ਮੇਨ ਟੌਪਿਕਸ ਹੈਗੇ। ਸਟਾਰਟਿੰਗ ਹੈ ਸਾਡੀ ਸਟੈਟਿਸਟਿਕਸ ਦੀ। ਮੀਨ ਮੀਡੀਅਨ ਮੋਡ, ਮੀਨ ਮੀਡੀਅਨ ਐਂਡ ਮੋਡ, ਇਹ ਤਿੰਨੇ ਹੀ ਟੌਪਿਕ ਉਹ ਨੇ ਜਿਹੜੇ ਤੁਸੀਂ ਆਪਣੀਆਂ ਲੋਅਰ ਕਲਾਸਿਸ ਦੇ ਵਿੱਚ ਵੀ ਕਰਦੇ ਹੋ। ਇਸ ਲਈ ਇੱਕ ਤਰ੍ਹਾਂ ਦੇ ਨਾਲ ਰਿਵੀਜ਼ਨ ਹੀ ਚੱਲ ਰਹੀ ਹੈ ਇਹਨਾਂ ਦੀ। ਅਤੇ ਅੱਜ ਅਸੀਂ ਰਿਵੀਜ਼ਨ ਕਰਾਂਗੇ ਮੋਡ ਦੀ। ਮੋਡ ਜਿਸ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੈਂ ਮੰਨ ਕੇ ਚੱਲਦੀ ਹਾਂ ਕਿ ਤੁਹਾਨੂੰ ਪਤਾ ਹੈ ਕਿ ਮੋਡ ਨੂੰ ਆਪਾਂ ਜ਼ੈਡ ਨਾਲ ਡਿਨੋਟ ਕਰਦੇ ਹਾਂ। ਜ਼ੈਡ ਦੇ ਨਾਲ ਡਿਨੋਟ ਕਰਦੇ ਹਾਂ। ਅਤੇ ਇੰਡੀਵਿਜੂਅਲ ਸੀਰੀਜ਼ ਅਤੇ ਡਿਸਕ੍ਰੀਟ ਸੀਰੀਜ਼ ਦੇ ਵਿੱਚ ਜਿਹੜੀ ਮੋਡ ਦੀ ਕੈਲਕੂਲੇਸ਼ਨ ਆ ਉਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ। ਅਤੇ ਕੰਟੀਨਿਊ ਸੀਰੀਜ਼ ਦੇ ਵਿੱਚ ਕਿਸ ਤਰ੍ਹਾਂ ਉਹ ਅਸੀਂ ਨੈਕਸਟ ਲੈਕਚਰ 'ਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਥੋੜ੍ਹੀ ਜਿਹੀ ਡਿਸਕਸ਼ਨ ਕਰਦੇ ਕਿ ਮੋਡ ਕੀ ਹੈ। ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਲੈਕਚਰ ਦੀ ਕਿ ਮੋਡ ਇਜ਼ ਡਿਨੋਟਡ ਬਾਏ ਸਿੰਬਲ ਜ਼ੈਡ। ਠੀਕ ਹੈ। ਮੋਡ ਇਜ਼ ਡਿਫਾਈਨਡ ਐਜ਼ ਦਾ ਵੈਲਿਊ ਵਿਚ ਅਕਰਸ ਮੋਸਟ ਫਰੀਕੁਐਂਟਲੀ ਇਨ ਅ ਸੀਰੀਜ਼। ਇੱਕ ਸੀਰੀਜ਼ ਹੋਏਗੀ, ਉਹਦੇ ਵਿੱਚ ਜਿਹੜੀ ਆਈਟਮ ਰਿਪੀਟ ਹੋ ਰਹੀ ਹੈ ਵਾਰ-ਵਾਰ, ਉਹ ਮੋਡ ਹੋਏਗਾ। ਕੈਨੀ ਐਂਡ ਕੀਪਿੰਗ ਜਿਹੜੇ ਇਕੋਨਮਿਸਟ ਹੈਗੇ, ਕਹਿੰਦਾ ਦਾ ਵੈਲਿਊ ਆਫ ਕੈਨੀ ਐਂਡ ਇਕੋਨਮਿਸਟ ਜਿਹੜੇ ਸਾਡੇ ਹੈਗੇ ਨੇ, ਇਹਨਾਂ ਨੇ ਇੱਕ ਡੈਫੀਨੇਸ਼ਨ ਦਿੱਤੀ ਹੈ। ਕਹਿੰਦੇ ਦਾ ਵੈਲਿਊ ਆਫ ਦਾ ਵੇਰੀਏਬਲ ਵਿਚ ਅਕਰਸ ਮੋਸਟ ਫਰੀਕੁਐਂਟਲੀ ਇਨ ਅ ਡਿਸਟ੍ਰੀਬਿਊਸ਼ਨ ਇਜ਼ ਕਾਲਡ ਮੋਡ। ਇਹ ਹੁਣ ਟਾਈਟਲ ਜਿਹੜੇ ਆ ਉਹ ਡੈਫੀਨੇਸ਼ਨ ਦਿੰਦੇ ਆ। ਕਹਿੰਦੇ ਮੋਡ ਇਜ਼ ਦਾ ਵੈਲਿਊ ਵਿਚ ਹੈਜ਼ ਦਾ ਗ੍ਰੇਟੈਸਟ ਫਰੀਕੁਐਂਸੀ ਡੈਂਸਿਟੀ। ਮੀਨਸ ਜਿਹੜਾ ਬਾਰ-ਬਾਰ ਮੈਕਸੀਮਮ ਟਾਈਮਸ ਜੋ ਹੁੰਦਾ ਪਿਆ ਉਹ ਮੋਡ ਹੈ। ਜੇ ਇੱਕ ਸੀਰੀਜ਼ ਆ ਉਹਦੇ ਵਿੱਚ ਇੱਕ 5 ਜਿਹੜਾ ਰਿਪੀਟ ਹੋ ਰਿਹਾ, ਜਾਂ ਕੋਈ ਮੰਨ ਲਓ 6 ਨੰਬਰ ਆ ਕੋਈ ਵਾਰ-ਵਾਰ ਰਿਪੀਟ ਹੋ ਰਿਹਾ, ਜਿਹੜੀ ਚੀਜ਼ ਬਾਰ-ਬਾਰ ਤੁਹਾਡੇ ਕੋਲ ਆ ਰਹੀ ਆ, ਵਾਰ-ਵਾਰ ਤੁਹਾਡੇ ਸਾਹਮਣੇ ਆ ਰਹੀ ਆ, ਰਿਪੀਟ ਹੋ ਰਹੀ ਆ, ਮੋਸਟ ਫਰੀਕੁਐਂਟਲੀ ਜਿਹੜੀ ਚੀਜ਼ ਹੋ ਰਹੀ ਆ, ਉਹਦੀ ਅਕਰੈਂਸ ਜਿਹੜੀ ਆ ਬਹੁਤ ਜ਼ਿਆਦਾ ਵਾਰ ਹੈ, ਦੈਨ ਉਹ ਤੁਸੀਂ ਉਹਨੂੰ ਮੋਡ ਕਹੋਗੇ। ਅਤੇ ਮੋਡ ਦੀ ਜਿਹੜੀ ਕੈਲਕੂਲੇਸ਼ਨ ਉਹ ਕਿੱਦਾਂ ਕੀਤੀ ਜਾਏਗੀ। ਈਵਨ ਜੇ ਤੁਹਾਨੂੰ ਇੱਥੇ ਨਹੀਂ ਵੀ ਕਲੀਅਰ ਹੁੰਦਾ, ਮੈਂ ਇਹ ਵੀ ਕਹਿੰਦੀ ਹਾਂ, ਅਤੇ ਤੁਹਾਨੂੰ ਜਦੋਂ ਅਸੀਂ ਉਸ ਨੂੰ ਹੁਣੇ ਹੀ ਇਸ ਨਿਊਮੈਰੀਕਲ ਦੇ ਥਰੂ, ਇਸ ਐਗਜ਼ਾਮਪਲ ਦੇ ਥਰੂ ਕਰਾਂਗੇ, ਤਾਂ ਹੁਣ ਇਸ ਤੋਂ ਬਾਅਦ ਨਹੀਂ ਤੁਸੀਂ ਕਹਿ ਸਕਦੇ ਕਿ ਜੀ ਕਲੀਅਰ ਨਹੀਂ ਹੋਇਆ। ਇਸ ਤੋਂ ਜ਼ਿਆਦਾ ਸੌਖਾ ਕੰਸੈਪਟ, ਇਸ ਤੋਂ ਵੱਧ ਸੌਖਾ ਕੰਸੈਪਟ ਨਹੀਂ ਆ ਕੋਈ ਵੀ ਇੰਡੀਵਿਜੂਅਲ ਸੀਰੀਜ਼ ਦੇ ਵਿੱਚ ਮੋਡ ਨੂੰ ਕੈਲਕੂਲੇਟ ਕਰਨਾ। ਇਹ ਤਾਂ ਅਸੀਂ ਈਵਨ ਮੈਨੂੰ ਲੱਗਦਾ ਹੁੰਦਾ ਕਈ ਵਾਰ ਕਿ ਨੋਟਬੁੱਕ ਦੀ ਰਾਈਟ ਡਾਊਨ ਕਰਨ ਤੋਂ ਬਿਨਾਂ ਹੀ ਆਪਾਂ ਦੱਸ ਸਕਦੇ ਹੁੰਦੇ ਵੀ ਜੀ ਆਨਸਰ ਇੰਨਾ ਹੈ। ਦੇਖਿਓ, ਇੰਡੀਵਿਜੂਅਲ ਸੀਰੀਜ਼ ਆ ਜਿਹਦੇ ਵਿੱਚ ਤੁਹਾਨੂੰ ਸਿਰਫ ਅਤੇ ਸਿਰਫ ਇਨਫੋਰਮੇਸ਼ਨ ਹੋਣੀ ਆ, ਕੋਈ ਇਹਦੀ ਫਰੀਕੁਐਂਸੀ ਨਹੀਂ ਦੱਸੀ ਦਿੱਤੀ ਜਾਂਦੀ। ਨਿਊਮੈਰੀਕਲ ਹੈ, ਕਹਿੰਦਾ ਜੀ ਫਾਈਂਡ ਦਾ ਮੋਡ ਫਰੋਮ ਦਾ ਫੋਲੋਇੰਗ ਡਾਟਾ। ਡਾਟਾ ਦੇਖੋ ਕੀ ਦਿੱਤਾ, 8 10 5 8 12 7 8 9 11 ਐਂਡ 7। ਰਿਪੀਟ ਕਰਦੀ ਹਾਂ ਜੀ, 8 10 5 8 12 7 8 9 11 7। ਹੁਣ ਦੇਖੋ ਰਿਪੀਟ ਤੇ 7 ਵੀ ਹੋਇਆ, ਅਤੇ ਰਿਪੀਟ 8 ਵੀ ਹੋਇਆ। 7 ਰਿਪੀਟ ਹੋਇਆ 2 ਟਾਈਮਸ, ਅਤੇ 8 ਰਿਪੀਟ ਹੋਇਆ 3 ਟਾਈਮਸ। ਅਤੇ ਇੰਸਪੈਕਸ਼ਨ ਲਗਾਈ ਅਸੀਂ ਇੱਥੇ, ਇੰਸਪੈਕਸ਼ਨ ਮੈਥਡ ਹੀ ਲਗਾਇਆ ਕਿ ਜਸਟ ਵੈਸੇ ਹੀ ਦੇਖਿਆ, ਨੋਰਮਲੀ ਆਪਾਂ ਦੇਖਿਆ, ਅਤੇ ਆਪਾਂ ਦੇਖਿਆ ਜੀ ਕਿ 8 ਸਭ ਤੋਂ ਜ਼ਿਆਦਾ ਵਾਰ ਆ ਰਿਹਾ। ਇਸ ਲਈ ਅਸੀਂ ਕਹਿ ਦਿੱਤਾ ਬਾਈ ਦਾ ਇੰਸਪੈਕਸ਼ਨ ਮੈਥਡ ਦਾ ਸੀਰੀਜ਼ ਸ਼ੋਜ਼ ਦੈਟ ਦਾ ਵੈਲਿਊ ਆਫ 8 ਅਕਰਸ ਮੋਸਟ ਫਰੀਕੁਐਂਟਲੀ, ਦੇਅਰਫੋਰ ਮੋਡ ਇਨ ਦਿਸ ਕੇਸ ਇਨ ਦਿਸ ਸੀਰੀਜ਼ ਕੀ ਨਾ ਹੋਏਗਾ 8। ਮੀਨਸ ਜੋ ਆਈਟਮ ਬਾਰ-ਬਾਰ ਤੁਹਾਡੀ ਜਿਹੜੀ ਰਿਪੀਟ ਹੋਈ ਆ ਉਹ ਮੋਡ ਹੋਏਗੀ। ਹੁਣ ਆਪਾਂ ਕਰਦੇ ਹਾਂ ਡਿਸਕ੍ਰੀਟ ਸੀਰੀਜ਼ ਦੇ ਵਿੱਚ। ਦੇਖੋ ਡਿਸਕ੍ਰੀਟ ਸੀਰੀਜ਼ ਦੇ ਵਿੱਚ ਵੀ ਵੈਸੇ ਤਾਂ ਸਿੰਪਲ ਹੀ ਹੋਏਗਾ ਕਿ ਇੱਥੇ ਮੈਂ ਐਗਜ਼ਾਮਪਲ ਖੈਰ ਥੋੜ੍ਹੀ ਜਿਹੀ ਹੋਰ ਲਈ ਹੋਈ ਆ, ਮੈਂ ਤੁਹਾਨੂੰ ਸਮਝਾ ਜ਼ਰੂਰ ਦਿੰਦੀ ਹਾਂ ਕਿ ਮੰਨ ਲਓ ਕਿ ਆਹ ਜਿਹੜੀ ਐਗਜ਼ਾਮਪਲ ਹੈ ਇਹ ਇਸ ਤਰ੍ਹਾਂ ਨਹੀਂ ਹੈ। ਇੱਥੇ ਅਸੀਂ ਮੰਨ ਕੇ ਚੱਲੀਏ ਕਿ ਇੱਥੇ ਇਸ ਕੇਸ ਦੇ ਵਿੱਚ ਆ ਜਿਹੜਾ ਤੁਹਾਡਾ 24 ਆ, ਇਹ 24 ਨਾ ਹੋ ਕੇ 35 ਹੈ। ਮੰਨ ਲਓ ਕਿ 24 ਨਾ ਹੋ ਕੇ 35 ਹੈ। ਇਹ ਨਿਊਮੈਰੀਕਲ ਆ ਤੁਹਾਡੇ ਸਾਹਮਣੇ, ਹੁਣ ਬਾਕੀ ਸਾਰਾ ਸੇਮ ਹੈ। ਅਤੇ ਐਕਸ ਕੀ ਹੈ ਜੀ 7 8 9 10 11 12 13 14 15 16 ਐਂਡ 17। ਫਰੀਕੁਐਂਸੀ ਦੇਖਿਓ ਜੀ 2 3 6 12 20 35 ਪੜ੍ਹਨਾ ਹੈ, 24 ਨਹੀਂ ਪੜ੍ਹਨਾ ਇਹਨੂੰ, ਕਿਉਂਕਿ ਆਪਾਂ ਮੰਨ ਕੇ ਚੱਲੇ ਹਾਂ 25 7 5 3 ਐਂਡ 1। ਹੁਣ ਇਹਦੇ ਵਿੱਚ ਦੇਖੋ ਮੋਸਟ ਫਰੀਕੁਐਂਟਲੀ ਸਭ ਤੋਂ ਜ਼ਿਆਦਾ ਵਾਰ ਆਈਟਮ ਕਿਹੜੀ ਅਕਰੈਂਸ ਕਿਹੜੀ ਆਈਟਮ ਦੀ ਸਭ ਤੋਂ ਜ਼ਿਆਦਾ ਵਾਰ ਕਿਹੜੀ ਆਈਟਮ ਜਿਹੜੀ ਹੋਈ ਆ 35 ਵਾਰ। 24 ਦੀ ਜਗ੍ਹਾ 35 ਪੜ੍ਹਨਾ ਤੁਸੀਂ ਉਹਨੂੰ, 24 ਦੀ ਜਗ੍ਹਾ 35 ਆਪਾਂ ਰੀਡ ਕਰ ਰਹੇ ਹਾਂ, ਉਸ ਨੂੰ 35 ਮੰਨ ਰਹੇ ਹਾਂ। 35 ਸਭ ਤੋਂ ਜ਼ਿਆਦਾ ਵਾਰ ਆਇਆ, 35 ਨਹੀਂ ਐਕਚੁਅਲੀ ਸਭ ਤੋਂ ਜ਼ਿਆਦਾ ਵਾਰ ਆਇਆ 35 ਟਾਈਮਸ ਆਇਆ। ਸਭ ਤੋਂ ਜ਼ਿਆਦਾ ਕੀ ਆਇਆ 12। ਇਸ ਲਈ ਤੁਹਾਡਾ ਮੋਡ ਕਿੰਨਾ ਹੋਏਗਾ 12 ਇਨ ਦਿਸ ਕੇਸ।
ਜੇ ਨੂਮੈਰੀਕਲ ਇੱਦਾਂ ਹੀ ਨਾ ਹੋ ਕੇ 24 ਦੀ ਜਗ੍ਹਾ ਨੰਬਰ ਤੁਹਾਡਾ 35 ਹੋਵੇ ਤੇ 35 ਟਾਈਮਸ ਤੁਹਾਡਾ ਕੀ ਆਇਆ। ਇੱਥੇ ਅਸੀਂ ਇੱਦਾਂ ਗਲਤ ਕਹਿ ਦਿੰਦੇ ਹੁੰਦੇ, ਅਸੀਂ ਕਹਿੰਦੇ ਸਭ ਤੋਂ ਜ਼ਿਆਦਾ ਵਾਰ ਕੀ ਆਉਂਦਾ ਪਿਆ 35, ਇਸ ਲਈ 35 ਦੇ ਸਾਹਮਣੇ ਦੀ ਐਕਸ ਆਂਸਰ ਹੋਏਗੀ। ਸਭ ਤੋਂ ਜ਼ਿਆਦਾ ਵਾਰ 35 ਵਾਰ ਕੀ ਆਉਂਦਾ ਪਿਆ 12, 35 ਟਾਈਮਸ ਕੀ ਆਉਂਦਾ ਪਿਆ 12 ਦੇ, ਔਰ ਹੋਰ ਤੁਹਾਡਾ ਆਂਸਰ ਕਿੰਨਾ ਹੋਏਗਾ 12। ਇਹਨੂੰ ਤੁਸੀਂ ਤਾਂ ਲਿਖੋਗੇ ਕਿ ਬਾਏ ਦਾ ਇੰਸਪੈਕਸ਼ਨ ਮੈਥਡ 35 ਇਜ਼ ਦਾ ਹਾਈਐਸਟ ਫਰੀਕੁਐਂਸੀ ਦੇਅਰਫੋਰ ਮੋਡ ਇਜ਼ 12। ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ, ਬਾਏ ਦਾ ਇੰਸਪੈਕਸ਼ਨ ਮੈਥਡ ਹਾਈਐਸਟ ਫਰੀਕੁਐਂਸੀ ਇਜ਼ 35 ਦੇਅਰਫੋਰ ਮੋਡ ਇਜ਼ 12। ਪਰ ਜੇ ਨੂਮੈਰੀਕਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 24 ਦੀ ਜਗ੍ਹਾ 35 ਪੜ੍ਹ ਲਓ, 24 ਦੀ ਜਗ੍ਹਾ ਤੁਸੀਂ 35 ਪੜ੍ਹ ਲਓ ਅਤੇ ਇਸ ਤਰ੍ਹਾਂ। ਪਰ ਮੰਨ ਲਓ ਇੱਦਾਂ ਨਾ ਹੋਵੇ, ਤੁਸੀਂ 24 ਨੂੰ 24 ਹੀ ਰੀਡ ਕਰਨਾ ਹੋਵੇ, ਮੀਨਸ ਜੋ ਨੂਮੈਰੀਕਲ ਇੱਥੇ ਦਿੱਤਾ ਪਿਆ, ਜੋ ਨੂਮੈਰੀਕਲ ਇੱਥੇ ਲਿਖਿਆ ਪਿਆ, ਆਪਾਂ ਇਸੇ ਨੂਮੈਰੀਕਲ ਨੂੰ ਸੋਲਵ ਕਰਨਾ ਹੋਵੇ ਅਤੇ ਇਸ ਨੂੰ ਆਪਾਂ ਇੰਸਪੈਕਸ਼ਨ ਦੇ ਥਰੂ ਸੋਲਵ ਨਹੀਂ ਕਰ ਸਕਦੇ, ਅਤੇ ਇਸ ਮੈਥਡ ਨੂੰ, ਇਸ ਨੂਮੈਰੀਕਲ ਨੂੰ ਆਪਾਂ ਥਰੂ ਗਰੁੱਪਿੰਗ ਮੈਥਡ, ਇਸ ਨੂੰ ਆਪਾਂ ਗਰੁੱਪਿੰਗ ਮੈਥਡ ਕਹਾਂਗੇ। ਗਰੁੱਪਿੰਗ ਮੈਥਡ ਦੇ ਥਰੂ ਇਸ ਨੂੰ ਸੋਲਵ ਕਰਦੇ ਹਾਂ। ਗਰੁੱਪਿੰਗ ਮੈਥਡ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਟੇਬਲ ਬਣਾਉਣਾ ਪਏਗਾ। ਜਿਸ ਨੂੰ ਆਪਾਂ ਗਰੁੱਪਿੰਗ ਟੇਬਲ ਕਹਾਂਗੇ। ਉਸ ਗਰੁੱਪਿੰਗ ਟੇਬਲ ਤੋਂ ਫਿਰ ਆਪਾਂ ਐਨਾਲਿਸਿਸ ਟੇਬਲ ਬਣਾਉਂਦੇ ਹੁੰਦੇ ਹਾਂ, ਅਤੇ ਇੱਥੇ ਜੋ ਸਾਹਮਣੇ ਤੁਹਾਨੂੰ ਦਿਖਾ ਦਿੱਤਾ ਹੈ ਉਹ ਮੈਂ ਐਨਾਲਿਸਿਸ ਟੇਬਲ ਦਿਖਾ ਦਿੱਤਾ, ਅਤੇ ਇਸ ਤੋਂ ਪਹਿਲਾਂ ਆਪਾਂ ਨੇ ਗਰੁੱਪਿੰਗ ਟੇਬਲ ਬਣਾਉਣਾ। ਗਰੁੱਪਿੰਗ ਟੇਬਲ ਮੈਂ ਤੁਹਾਨੂੰ ਕੱਲ੍ਹ ਦੇ ਲੈਕਚਰ 'ਚ ਦਿਆਂਗੀ, ਕਿਉਂਕਿ ਇੱਕ ਵਾਰ ਮੈਂ ਚਾਹੁੰਦੀ ਹਾਂ ਕਿ ਇਹ ਤੁਸੀਂ ਆਪ, ਕਿਉਂਕਿ ਤੁਸੀਂ ਇਹ ਪਿਛਲੀਆਂ ਕਲਾਸਿਸ ਦੇ ਵਿੱਚ ਵੀ ਕੀਤਾ ਹੋਇਆ, ਇਹ ਇੱਕ ਵਾਰ ਤੁਸੀਂ ਆਪ ਕਰੋ ਅਤੇ ਉਸ ਤੋਂ ਬਾਅਦ ਮਤਲਬ ਇੱਕ ਵਾਰ ਤੁਸੀਂ ਬਣਾ ਕੇ ਦੇਖੋ, ਅਤੇ ਉਸ ਤੋਂ ਬਾਅਦ ਐਨਾਲਿਸਿਸ ਟੇਬਲ ਮੈਂ ਦੇ ਦਿੱਤਾ ਹੋਇਆ ਤੁਹਾਨੂੰ, ਅਤੇ ਉਸ ਤੋਂ ਬਾਅਦ ਫਿਰ ਜੇ ਕਿਤੇ ਡਾਊਟ ਰਹਿ ਜਾਂਦਾ, ਮੈਂ ਦੇਖਣਾ ਚਾਹੁੰਦੀ ਹਾਂ ਕਿ ਤੁਹਾਨੂੰ ਕਿੰਨਾ ਕੁ ਯਾਦ ਹੈ ਪੁਰਾਣੀ ਕਲਾਸ ਦਾ ਜਿਹੜਾ ਟੌਪਿਕ ਆਪਾਂ ਕੀਤਾ ਹੋਇਆ, ਤੁਹਾਨੂੰ ਕਿੰਨਾ ਕੁ ਯਾਦ ਹੈ। ਪਰ ਹਾਂ, ਇਸ ਤਰ੍ਹਾਂ ਨਹੀਂ ਹੈ ਕਿ ਮੈਂ ਸਾਰਾ ਹੀ ਤੁਹਾਡੇ ਲਈ ਛੱਡ ਰਹੀ ਹਾਂ, ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੰਦੀ ਹਾਂ। ਇਹ ਐਨਾਲਿਸਿਸ ਟੇਬਲ ਜਿਹੜਾ ਤੁਸੀਂ ਬਣਾਇਆ, ਸਭ ਤੋਂ ਪਹਿਲਾਂ ਇਹਦੇ 'ਚ ਗਰੁੱਪਿੰਗ ਟੇਬਲ ਹੋਣਾ ਸੀ। ਗਰੁੱਪਿੰਗ ਟੇਬਲ ਦੇ ਵਿੱਚ ਐਕਸ ਇਸੇ ਤਰ੍ਹਾਂ ਰੱਖ ਦੇਣੀ ਹੈ ਆਪਾਂ। ਫਰੀਕੁਐਂਸੀ ਨੂੰ ਆਪਾਂ ਫਸਟ ਕਾਲਮ ਮੰਨਣਾ ਹੁੰਦਾ। ਫਰੀਕੁਐਂਸੀ 'ਚ ਜਿਹੜੀ ਸਭ ਤੋਂ ਹਾਈਐਸਟ ਵੈਲਿਊ ਉਹਨੂੰ ਸਰਕਲ ਕਰਨਾ ਹੁੰਦਾ, ਅਤੇ ਇੱਥੇ ਹਾਈਐਸਟ ਵੈਲਿਊ ਹੋਣੀ ਸੀ 24। ਉਸ ਤੋਂ ਬਾਅਦ ਸੈਕਿੰਡ, ਥਰਡ, ਫੋਰਥ, ਫਿਫਥ ਐਂਡ ਸਿਕਸਥ 5 ਕਾਲਮ ਹੋਰ ਬਣਦੇ ਨੇ। ਇੱਕ ਕਾਲਮ ਤਾਂ ਆਪਾਂ ਫਰੀਕੁਐਂਸੀ ਨੂੰ ਕਹਿ ਦਿੰਦੇ ਹਾਂ, ਅਤੇ ਉਹਦੇ ਵਿੱਚ 5 ਕਾਲਮ ਹੋਰ ਬਣਾਉਂਦੇ ਹਾਂ। ਅਤੇ ਪਹਿਲਾ ਜਿਹੜਾ ਕਾਲਮ ਤਾਂ ਫਰੀਕੁਐਂਸੀ ਹੋ ਗਈ, ਦੂਸਰੇ ਕਾਲਮ ਦੇ ਵਿੱਚ ਤੁਸੀਂ ਐਡ ਕਰਦੇ ਹੋ ਫਸਟ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸਥ, ਸੈਵਨਥ, ਏਟਥ, ਇਸ ਤਰ੍ਹਾਂ 2-2 ਆਈਟਮਸ ਨੂੰ ਐਡ ਕਰਦੇ ਹੋ, 2-2 ਨੰਬਰਸ ਨੂੰ ਐਡ ਕਰਦੇ ਹੋ। ਫਿਰ ਤੀਸਰੇ ਜਿਹੜੀ ਤੁਹਾਡੀ ਕਾਲਮ ਹੋਣਾ, ਤੀਸਰਾ ਕਾਲਮ ਹੋਣਾ, ਉਹਦੇ ਵਿੱਚ ਵੀ ਤੁਸੀਂ 2-2 ਹੀ ਐਡ ਕਰਦੇ ਹੋ, ਪਰ ਉਹਦੇ ਵਿੱਚ ਪਹਿਲਾ ਸਕਿਪ ਕਰ ਦਿੰਦੇ ਹੋ, ਦੂਜਾ, ਤੀਜਾ, ਚੌਥਾ, ਪੰਜਵਾਂ, ਮਤਲਬ ਸੈਕਿੰਡ, ਥਰਡ, ਫੋਰਥ, ਫਿਫਥ ਇਸ ਤਰ੍ਹਾਂ ਐਡ ਕਰਦੇ ਹੋ। ਫੋਰਥ ਜਿਹੜੀ ਤੁਹਾਡੀ ਲਾਈਨ ਹੋਣੀ ਆ, ਫੋਰਥ ਕਾਲਮ ਹੋਣਾ, ਉਹਦੇ ਵਿੱਚ ਤੁਸੀਂ 3-3 ਨੂੰ ਐਡ ਕਰਨਾ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਇਸ ਤਰ੍ਹਾਂ। ਪੰਜਵੇਂ ਦੇ ਵਿੱਚ ਤੁਸੀਂ ਪਹਿਲਾਂ ਛੱਡ ਦੇਣਾ, ਪਹਿਲਾਂ ਸਕਿਪ ਕਰ ਦੇਣਾ, ਫਸਟ ਜਿਹੜੀ ਫਰੀਕੁਐਂਸੀ ਉਹ ਸਕਿਪ ਕਰ ਦੇਣੀ, ਸੈਕਿੰਡ, ਥਰਡ, ਫੋਰਥ, ਫਿਫਥ, ਸਿਕਸਥ, ਸੈਵਨਥ ਇਸ ਤਰ੍ਹਾਂ ਐਡ ਕਰੋਗੇ। ਸਿਕਸਥ ਦੇ ਵਿੱਚ ਫਿਰ ਤੁਸੀਂ ਦੋ ਫਰੀਕੁਐਂਸੀਜ਼ ਇਗਨੋਰ ਕਰ ਦੋਗੇ, ਤੀਜਾ, ਚੌਥਾ, ਪੰਜਵਾਂ, ਮੀਨਸ ਥਰਡ, ਫੋਰਥ, ਫਿਫਥ, ਦੈਨ ਸਿਕਸਥ, ਸੈਵਨਥ, ਏਟਥ ਇਸ ਤਰ੍ਹਾਂ ਤੁਸੀਂ ਐਡ ਕਰੋਗੇ। ਫਿਰ ਉਸ ਤੋਂ ਬਾਅਦ ਜਿਹੜਾ ਕਾਲਮ 6 ਹੋ ਗਿਆ ਇੱਕ ਫਰੀਕੁਐਂਸੀ ਵਾਲਾ, ਅਤੇ 5 ਤੁਸੀਂ ਹੋਰ ਬਣਾ ਲਏ। ਜਿਹੜੇ ਉਹ 6 ਕਾਲਮ ਹੋਣੇ ਆ, ਉਹਨਾਂ ਦੇ ਵਿੱਚ ਹਾਈਐਸਟ ਵੈਲਿਊ ਨੂੰ ਤੁਸੀਂ ਸਰਕਲ ਕਰਨਾ। ਉਹ ਹਾਈਐਸਟ ਵੈਲਿਊ ਜਿਹੜੀ ਆ ਜਿਹਨੂੰ ਤੁਸੀਂ ਸਰਕਲ ਕੀਤਾ, ਉਹਨੂੰ ਇੱਥੇ ਮੈਂ ਐਨਾਲਿਸਿਸ ਟੇਬਲ 'ਚ ਜਿਸ ਤਰ੍ਹਾਂ ਫਸਟ ਗਰੁੱਪ ਦੇ ਵਿੱਚ ਹਾਈਐਸਟ ਵੈਲਿਊ ਹੋਣੀ 25, ਸੈਕਿੰਡ 'ਚ ਹਾਈਐਸਟ ਵੈਲਿਊ ਹੋਣੀ ਆ 44, 20 ਅਤੇ 24 ਨੂੰ ਐਡ ਕਰਕੇ। ਨੈਕਸਟ ਦੇ ਵਿੱਚ ਹਾਈਐਸਟ ਵੈਲਿਊ ਹੋਣੀ 49, 24 ਅਤੇ 25 ਨੂੰ ਐਡ ਕਰਕੇ। ਫੋਰਥ ਦੇ ਵਿੱਚ ਹਾਈਐਸਟ ਵੈਲਿਊ ਹੋਣੀ ਆ 56, 12, 20 ਅਤੇ 24 ਨੂੰ ਐਡ ਕਰਕੇ। ਅਤੇ ਫਿਫਥ ਦੇ ਵਿੱਚ ਹਾਈਐਸਟ ਵੈਲਿਊ ਹੋਣੀ ਆ 69, 20, 24, 25 ਨੂੰ ਐਡ ਕਰਕੇ। ਐਂਡ ਸਿਕਸਥ ਦੇ ਵਿੱਚ ਹਾਈਐਸਟ ਵੈਲਿਊ ਹੋਣੀ ਆ 56, 56, 24, 25 ਅਤੇ 7 ਨੂੰ ਐਡ ਕਰਕੇ। ਫਿਰ ਉਸ ਤੋਂ ਬਾਅਦ ਕੀ ਕਰਦੇ ਆ ਆਪਾਂ, ਟੋਟਲ ਇਹ ਟਿਕ ਜਿਹੜੇ ਆਪਾਂ ਲਗਾਏ ਇਹਨਾਂ ਨੂੰ ਐਡ ਕਰ ਦਿੰਦੇ ਹਾਂ। ਦੇਖੋ ਜੀ 7 ਦੇ ਸਾਹਮਣੇ ਬਲੈਂਕ ਹੈ, ਅੱਗੇ ਬਲੈਂਕ ਹੈ, ਅੱਗੇ ਬਲੈਂਕ, ਉਸ ਤੋਂ ਬਾਅਦ ਇੱਕ ਟਿਕ ਆਉਂਦਾ ਪਿਆ, ਫਿਰ 3 ਆਉਂਦੇ ਪਏ, ਫਿਰ 5 ਆਉਂਦੇ ਪਏ, ਫਿਰ 4 ਆਉਂਦੇ ਪਏ, ਫਿਰ 1 ਆਉਂਦਾ ਪਿਆ, ਫਿਰ ਬਲੈਂਕ ਰਹਿੰਦਾ ਪਿਆ। ਜਿੱਥੇ ਹਾਈਐਸਟ, ਜਿੱਥੇ ਮੈਕਸੀਮਮ ਨੰਬਰ ਆਫ ਟਾਈਮ ਜਿਹੜਾ ਟਿਕ ਲੱਗਾ ਉਹ 5 ਟਾਈਮਸ ਲੱਗਾ, ਕਿੱਥੇ ਲੱਗਾ 12 ਦੇ ਲਈ। ਇਸ ਲਈ ਮੋਡ ਕਿੰਨਾ ਹੋਏਗਾ ਇਸ ਕੇਸ ਦੇ ਵਿੱਚ 12।
ਪਰ ਇੱਥੇ ਮੈਂ ਫਿਰ ਦੱਸਦੀ ਹਾਂ, ਇਹ ਤੁਹਾਡਾ ਅਨਾਲਿਸਿਸ ਟੇਬਲ ਸੀ, ਜਿਸ ਤਰ੍ਹਾਂ ਆਪਾਂ ਸਟਾਰਟਿੰਗ 'ਚ ਲਿਖਿਆ ਅਨਾਲਿਸਿਸ ਟੇਬਲ। ਤੁਸੀਂ ਗਰੁੱਪਿੰਗ ਟੇਬਲ ਮੈਂ ਥੋੜ੍ਹਾ ਜਿਹਾ ਦੱਸ ਵੀ ਦਿੱਤਾ, ਥੋੜ੍ਹਾ ਜਿਹਾ ਤੁਸੀਂ ਪਿਛਲੀ ਕਲਾਸ 'ਚ ਵੀ ਕੀਤਾ ਹੋਇਆ, ਅਤੇ ਇਹ ਤੁਸੀਂ ਆਪ ਕਰੋਗੇ। ਅਤੇ ਇਹ ਆਪ ਕਰਕੇ ਇੱਕ ਵਾਰ ਮੈਨੂੰ ਤੁਸੀਂ ਭੇਜੋਗੇ ਬਣਾ ਕੇ ਗਰੁੱਪਿੰਗ ਟੇਬਲ, ਜਿੰਨਾ ਵੀ ਬਣਦਾ ਹੋਇਆ। ਅਤੇ ਕੱਲ੍ਹ ਦੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇਹ ਡਿਟੇਲ ਦੇ ਵਿੱਚ ਥੋੜ੍ਹਾ ਜਿਹਾ ਡਿਟੇਲ 'ਚ ਡਿਸਕਸ ਕਰਵਾ ਦਾਂਗੀ। ਐਕਚੁਅਲੀ ਮੈਂ ਕੱਲ੍ਹ ਕੰਟੀਨਿਊ ਸੀਰੀਜ਼ ਕਰਵਾਉਣੀ ਹੈ, ਅਤੇ ਕੰਟੀਨਿਊ ਸੀਰੀਜ਼ ਦੇ ਵਿੱਚ ਮੈਂ ਤੁਹਾਨੂੰ ਗਰੁੱਪਿੰਗ ਟੇਬਲ ਵੀ ਬਣਾਉਣਾ ਦੱਸ ਦਾਂਗੀ, ਅਤੇ ਉਹਦੇ ਨਾਲ ਤੁਹਾਡਾ ਕਲੀਅਰ ਹੋ ਜਾਏਗਾ। ਪਰ ਫਿਰ ਕਹਿ ਦਾਂ ਕਿ ਅੱਜ ਤੁਹਾਨੂੰ ਇਹ ਬਣਾਉਣਾ ਪਏਗਾ, ਅਤੇ ਤੁਸੀਂ ਬਣਾ ਕੇ ਮੈਨੂੰ ਸੈਂਡ ਕਰੋ। 8423100906 ਫ਼ੋਨ ਨੰਬਰ 'ਤੇ ਤੁਸੀਂ ਵਟਸਅਪ ਕਰ ਸਕਦੇ ਹੋ ਮੈਨੂੰ ਆਪਣਾ ਆਨਸਰ। ਅਤੇ ਜਾਂ ਫਿਰ ਤੁਸੀਂ ਆਹ ਜਿਹੜਾ ਗੂਗਲ ਕਲਾਸਰੂਮ ਆ, ਇਹਦੇ ਵਿੱਚ ਵੀ ਤੁਸੀਂ ਮੈਨੂੰ ਭੇਜ ਸਕਦੇ ਹੋ ਆਪਣਾ ਆਨਸਰ। ਮੈਨੂੰ ਭੇਜੋ, ਮੈਂ ਦੇਖਣਾ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਸਿਰਫ ਇੰਨੇ ਦੱਸੇ ਦੇ ਨਾਲ ਉਹਨੂੰ ਕਰਦੇ ਪਏ ਹੋ ਜਾਂ ਨਹੀਂ ਪੋਸੀਬਲ। ਥੈਂਕ ਯੂ ਵੈਰੀ ਮੱਚ।